ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ 'ਤੇ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਦੋਸਤੋ, ਅਸੀਂ ਅੱਜ ਕਲਾਸ 9th ਸਾਇੰਸ ਦਾ ਚੈਪਟਰ ਨੰਬਰ 8 ਜਿਸ ਦਾ ਨਾਮ ਹੈ ਗਤੀ, ਜਿਸ ਨੂੰ ਇੰਗਲਿਸ਼ ਦੇ ਵਿੱਚ ਅਸੀਂ ਮੋਸ਼ਨ ਕਹਿੰਦੇ ਹਾਂ, ਉਹ ਡਿਸਕਸ ਕਰਨ ਜਾ ਰਹੇ ਹਾਂ। ਤਾਂ ਫਰੈਂਡਸ, ਇਸ ਤੋਂ ਪਿਛਲੀ ਵੀਡੀਓ ਵਿੱਚ ਅਸੀਂ ਪਾਰਟ 1 ਦੇ ਵਿੱਚ ਇੰਪੋਰਟੈਂਟ ਡੈਫੀਨੇਸ਼ਨ ਡਿਸਕਸ ਕਰ ਚੁੱਕੇ ਹਾਂ। ਜਿਨ੍ਹਾਂ ਨੇ ਵੀਡੀਓ ਨਹੀਂ ਦੇਖੀ ਉਹਨਾਂ ਨੂੰ ਲਿੰਕ ਇਸ ਦਾ ਡਿਸਕ੍ਰਿਪਸ਼ਨ ਬਾਕਸ ਵਿੱਚ ਜਾਂ ਤੁਸੀਂ ਚੈਨਲ ਦੀ ਪਲੇਲਿਸਟ 'ਚ ਜਾ ਕੇ ਵੀਡੀਓ ਦੇਖ ਸਕਦੇ ਹੋ। ਫਰੈਂਡਸ, ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਚੈਨਲ ਦੇ ਨਵੇਂ ਹੋ, ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਇਸ ਦੇ ਨਾਲ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਹਰ ਇਨਫੋਰਮੇਟਿਵ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ। ਫਰੈਂਡਸ, ਅਗਰ ਤੁਹਾਨੂੰ ਵੀਡੀਓ ਅੱਛੀ ਲੱਗਦੀ ਹੈ ਤਾਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਲਾਈਕ ਔਰ ਸ਼ੇਅਰ ਜ਼ਰੂਰ ਕਰਨਾ ਜੀ। ਇਸ ਦੇ ਨਾਲ ਹੀ ਸ਼ੁਰੂ ਕਰਦੇ ਹਾਂ ਕਲਾਸ 9ਵੀਂ ਸਾਇੰਸ, ਲੈਸਨ ਨੰਬਰ ਹੈ 8 ਗਤੀ ਜਾਂ ਮੋਸ਼ਨ। ਨੈਕਸਟ ਡੈਫੀਨੇਸ਼ਨ ਹੈ ਸਾਡੇ ਕੋਲ। ਨੈਕਸਟ ਡੈਫੀਨੇਸ਼ਨ ਹੈ 16 ਨੰਬਰ 'ਤੇ, ਚੱਕਰਾਕਾਰ ਗਤੀ, ਜਿਹਨੂੰ ਅਸੀਂ ਸਰਕੂਲਰ ਮੋਸ਼ਨ ਕਹਿੰਦੇ ਹਾਂ। ਜਦੋਂ ਵਸਤੂ ਚੱਕਰਾਕਾਰ ਰਸਤੇ 'ਤੇ ਗਤੀ ਕਰਦੀ ਹੈ, ਠੀਕ ਹੈ ਜੀ, ਤਾਂ ਇਸ ਦੀ ਗਤੀ ਨੂੰ ਚੱਕਰਾਕਾਰ ਗਤੀ ਕਹਿੰਦੇ ਹਨ। ਠੀਕ ਹੈ ਜੀ, ਨਾਮ ਤੋਂ ਹੀ ਸ਼ੋ ਹੋ ਰਿਹਾ ਚੱਕਰਾਕਾਰ। ਸੈਕਿੰਡ ਡੈਫੀਨੇਸ਼ਨ ਹੈ ਨੈਕਸਟ, ਇੱਕ ਸਮਾਨ ਚੱਕਰਾਕਾਰ ਗਤੀ, ਯੂਨੀਫਾਰਮ ਸਰਕੂਲਰ ਮੋਸ਼ਨ, ਜਿਸ ਚੱਕਰਾਕਾਰ ਗਤੀ ਵਿੱਚ ਪ੍ਰਵੇਗ ਦੇ ਕਾਰਨ ਕੇਵਲ ਗਤੀ ਦੀ ਦਿਸ਼ਾ ਵਿੱਚ ਤਬਦੀਲੀ ਹੋਵੇ ਜਦਕਿ ਵੇਗ ਦੇ ਪਰਿਣਾਮ ਵਿੱਚ ਕੋਈ ਤਬਦੀਲੀ ਨਾ ਹੋਵੇ, ਉਸ ਗਤੀ ਨੂੰ ਇੱਕ ਸਮਾਨ ਚੱਕਰਾਕਾਰ ਗਤੀ ਕਹਿੰਦੇ ਹਨ। ਨੈਕਸਟ ਡੈਫੀਨੇਸ਼ਨ ਹੈ ਇਸ ਦੀ ਲਾਸਟ ਹੈ ਕੋਣੀ ਵੇਗ, ਜਿਹਨੂੰ ਅਸੀਂ ਕਹਿੰਦੇ ਹਾਂ ਐਂਗੂਲਰ ਵੈਲੋਸਿਟੀ। ਜਦੋਂ ਕੋਈ ਵਸਤੂ ਚੱਕਰਾਕਾਰ ਗਤੀ ਵਿੱਚ ਹੁੰਦੀ ਹੈ ਤਾਂ ਕੋਣੀ ਵਿਸਥਾਪਨ ਦੀ ਦਰ ਨੂੰ ਕੋਣ ਵੇਗ ਕਹਿੰਦੇ ਹਨ। ਇਸ ਦੀ ਇਕਾਈ ਰੇਡੀਅਨ ਪ੍ਰਤੀ ਸੈਕਿੰਡ ਹੈ। ਕੋਣੀ ਵੇਗ, ਐਂਗੂਲਰ ਵੈਲੋਸਿਟੀ, ਇਹ ਆ ਜਾਂਦਾ ਕੋਣੀ ਵਿਸਥਾਪਨ, ਜਿੰਨਾ ਐਂਗਲ ਦਾ ਕੋਣ ਦਾ ਵਿਸਥਾਪਨ ਹੋਇਆ ਸਮਾਂ। ਤੁਸੀਂ ਇਹ ਸਕਰੀਨ 'ਤੇ ਦੇਖ ਸਕਦੇ ਹੋ, ਇਸ ਦੀ ਡਾਇਗਰਾਮ ਹੈ। ਡਾਇਰੈਕਸ਼ਨ ਆਫ ਰੋਟੇਸ਼ਨ, ਇਹ ਸਾਡੇ ਕੋਲ ਐਂਗਲ ਹੈ, ਐਂਗਲ ਆ ਗਿਆ ਥੀਟਾ, ਜਿੰਨਾ ਉਹਦਾ ਵਿਸਥਾਪਨ ਹੋਇਆ ਔਰ ਜਿੰਨਾ ਵਿਸਥਾਪਨ ਕਰਨ ਦੇ ਵਿੱਚ ਸਮੇਂ ਲੱਗਿਆ ਜੀ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਹੈ ਸਾਡੇ ਕੋਲ 19th ਪੁਆਇੰਟ ਹੈ, ਸਮਾਨ ਪ੍ਰਵੇਗ ਨਾਲ ਚੱਲ ਰਹੀ ਵਸਤੂ ਦੀ ਗਤੀ ਲਈ ਗਤੀ ਦੀਆਂ 3 ਸਮੀਕਰਨਾਂ ਹਨ। ਵੈਰੀ ਇੰਪੋਰਟੈਂਟ ਇਕੁਏਸ਼ਨ ਹੈ ਜੀ। ਇਕੁਏਸ਼ਨ ਨੰਬਰ 1 ਹੈ v = u + at। ਸੈਕਿੰਡ ਇਕੁਏਸ਼ਨ ਹੈ s = ut + 1/2 at²। और तीसरी इक्वेशन है 2as = v² - u²। ठीक है जी। ਹੁਣ ਇਹਦੇ ਵਿੱਚ ਅਸੀਂ ਦੇਖਣਾ ਹੈ ਕਿ v ਕੀ ਹੈ। ਅਗਰ ਅਸੀਂ ਇਹਦੇ ਵਿੱਚ v ਅਤੇ u ਦੀ ਗੱਲ ਕਰਦੇ ਹਾਂ ਤਾਂ v ਹੁੰਦਾ ਸਾਡੇ ਕੋਲ ਅੰਤਿਮ ਵੇਗ ਔਰ u ਹੁੰਦਾ ਆਰੰਭਿਕ ਵੇਗ। ਠੀਕ ਹੈ ਜੀ, ਇਹਨੂੰ ਅਸੀਂ ਕਹਿੰਦੇ ਹਾਂ ਇਨੀਸ਼ੀਅਲ ਕੰਡੀਸ਼ਨਸ, ਠੀਕ ਹੈ, ਔਰ ਫਾਈਨਲ ਕੰਡੀਸ਼ਨਸ। s ਆ ਗਿਆ, s ਮੀਨਸ ਆ ਗਿਆ ਤੈਅ ਕੀਤੀ ਗਈ ਦੂਰੀ, ਔਰ a ਐਕਸਲਰੇਸ਼ਨ ਯਾਨੀ ਕਿ ਪ੍ਰਵੇਗ, ਔਰ t ਦਾ ਮੀਨ ਹੈ ਦੂਰੀ ਤੈਅ ਕਰਨ ਦੇ ਲਈ ਲੱਗਿਆ ਸਮਾਂ। ਇਹ ਵੈਰੀ ਇੰਪੋਰਟੈਂਟ ਇਕੁਏਸ਼ਨ ਹੈ ਜੀ। ਕਈ ਵਾਰੀ ਇਹ ਇਕੁਏਸ਼ਨ ਕੰਪਲੀਟ ਕਰਨ ਵਾਸਤੇ ਵੀ ਪੇਪਰ 'ਚ ਆ ਜਾਂਦੀ ਹੈ। ਇਕੁਏਸ਼ਨ ਦੇ ਦਿੰਦੇ ਆ, ਉਹਦੇ ਵਿੱਚ ਕੁਛ ਪੁਆਇੰਟ ਨੂੰ ਮਿਸ ਕਰ ਦਿੰਦੇ ਆ, ਤਾਂ ਉਹ ਫਿਲਿੰਗ ਦੀ ਬਲੈਂਕਸ ਦੇ ਵਿੱਚ ਉਹਨੂੰ ਫਿਲ ਕਰਨ ਵਾਸਤੇ ਆ ਜਾਂਦੀ ਹੈ। ਤੁਸੀਂ ਇਕੁਏਸ਼ਨ ਨੂੰ ਅੱਛੇ ਢੰਗ ਦੇ ਨਾਲ ਲਰਨ ਕਰ ਲੈਣਾ, ਉਹਨੂੰ ਯਾਦ ਕਰ ਲੈਣਾ ਜੀ। ਨੈਕਸਟ ਕੁਐਸਚਨ ਹੈ ਪਾਠ ਪੁਸਤਕ ਦੇ ਪ੍ਰਸ਼ਨ ਉੱਤਰ। ਪਹਿਲਾ ਪ੍ਰਸ਼ਨ ਹੈ, ਇੱਕ ਵਸਤੂ ਦੁਆਰਾ ਕੁਝ ਦੂਰੀ ਤੈਅ ਕੀਤੀ ਗਈ ਹੈ, ਕੀ ਇਸ ਦਾ ਵਿਸਥਾਪਨ 0 ਹੋ ਸਕਦਾ ਹੈ? ਜੇਕਰ ਹਾਂ ਤਾਂ ਆਪਣੇ ਉੱਤਰ ਨੂੰ ਉਦਾਹਰਣ ਨਾਲ ਸਮਝਾਓ। ਠੀਕ ਹੈ ਜੀ, ਇਸ ਦਾ ਉੱਤਰ ਹੈ ਕਿਸੇ ਗਤੀ ਕਰਦੀ ਵਸਤੂ ਦਾ ਵਿਸਥਾਪਨ 0 ਹੋ ਸਕਦਾ ਹੈ। ਅਸੀਂ ਪਿੱਛੇ ਵੀ ਡਿਸਕਸ ਕਰ ਚੁੱਕੇ ਹਾਂ ਡੈਫੀਨੇਸ਼ਨ ਦੇ ਵਿੱਚ। ਜੇਕਰ ਵਸਤੂ ਗਤੀ ਕਰਦੀ ਹੋਈ ਆਪਣੀ ਪਹਿਲੀ ਸਥਿਤੀ 'ਤੇ ਆ ਜਾਏ, ਯਾਨੀ ਕਿ ਵਸਤੂ ਜਿਸ ਪੁਆਇੰਟ ਤੋਂ ਚਲੀ ਹੈ ਫਿਰ ਉਸ ਪੁਆਇੰਟ 'ਤੇ ਹੀ ਆ ਜਾਏ ਅਤੇ ਉਹਦਾ ਵਿਸਥਾਪਨ ਜਿਹੜਾ 0 ਹੁੰਦਾ। ਹੁਣ ਅਸੀਂ ਇਸ ਨੂੰ ਇੱਕ ਉਦਾਹਰਣ ਰਾਹੀਂ ਸਮਝ ਸਕਦੇ ਹਾਂ। ਉਦਾਹਰਣ ਦੇ ਤੌਰ 'ਤੇ ਮੰਨ ਲਓ ਕਿ ਇੱਕ ਵਸਤੂ O ਤੋਂ, ਇਹ ਪੁਆਇੰਟ ਦੇਖਦੇ ਹੋ, ਇੱਕ ਵਸਤੂ O ਤੋਂ ਗਤੀ ਕਰਦੀ ਹੋਈ ਬਿੰਦੂ A ਤੱਕ 60 ਕਿਲੋਮੀਟਰ ਦੀ ਦੂਰੀ ਤੈਅ ਕਰਦੀ ਹੈ
ਅਤੇ ਬਿੰਦੂ A ਤੋਂ ਫਿਰ ਵਾਪਸ ਆ ਜਾਂਦੀ ਹੈ O ਤੱਕ। ਇਸ ਅਵਸਥਾ ਵਿੱਚ ਵਸਤੂ ਆਰੰਭਿਕ ਬਿੰਦੂ ਤੋਂ ਚੱਲ ਕੇ ਵਾਪਸ ਉਸੇ ਬਿੰਦੂ 'ਤੇ ਆ ਜਾਂਦੀ ਹੈ ਅਤੇ ਇਸ ਲਈ ਇਸ ਦਾ ਵਿਸਥਾਪਨ ਕਿੰਨਾ ਹੋ ਗਿਆ ਜੀ? 0। ਠੀਕ ਹੈ ਜੀ। ਪਹਿਲਾਂ ਜਿਹੜੀ ਹੈ ਵਸਤੂ ਸਾਡੀ O ਤੋਂ ਲੈ ਕੇ A ਤੱਕ ਗਈ ਹੈ, ਫਿਰ A ਤੋਂ O ਤੱਕ ਗਈ ਹੈ, ਇਹਦਾ ਵਿਸਥਾਪਨ ਕਿੰਨਾ ਆ ਗਿਆ? 0। ਹੁਣ ਅਗਰ ਅਸੀਂ ਦੂਰੀ ਦੀ ਗੱਲ ਕਰੀਏ ਤਾਂ ਦੂਰੀ ਕਿੰਨੀ ਹੋਏਗੀ? ਦੂਰੀ ਪਹਿਲਾਂ O ਤੋਂ ਲੈ ਕੇ A ਤੱਕ 60 ਕਿਲੋਮੀਟਰ, ਫਿਰ A ਤੋਂ ਲੈ ਕੇ O ਤੱਕ ਫਿਰ 60 ਕਿਲੋਮੀਟਰ, ਟੋਟਲ ਕਿੰਨਾ ਆ ਗਿਆ? 120 ਕਿਲੋमीटर। ठीक है जी। तो नीचे लिखा है कि परंतु वस्तु द्वारा तय की गई दूरी कितनी है? OA प्लस AO 60 किलोमीटर, 60 किलोमीटर कितना आ गया? 120 किलोमीटर। ठीक है जी। वस्तु द्वारा तय की गई दूरी 120 किलोमीटर है। अगर असी विस्थापन की गल करिए तो विस्थापन की आ गया? 0, क्योंकि जिस पॉइंट तो वस्तु चली है फिर उस पॉइंट दे ही एंड किया वस्तु ने, तो वह विस्थापन जोड़ा 0 आ गया। नैक्सट क्वेश्चन है साढ़े को सैकेंड। एक किसान 10 मीटर की भुजा वाले वर्गाकार खेत की सीमा ते 40 सैकेंड विच एक चक्कर लगाता है। ठीक है जी। क्वेश्चन ਨੂੰ ਤੁਸੀਂ ਧਿਆਨ ਨਾਲ ਪਹਿਲਾਂ ਸਭ ਤੋਂ ਪਹਿਲਾਂ ਰੀਡ ਕਰਨਾ। ਇੱਕ ਕਿਸਾਨ 10 ਮੀਟਰ ਭੁਜਾ ਵਾਲੇ ਵਰਗਾਕਾਰ ਖੇਤ ਦੀ ਸੀਮਾ ਤੇ 40 ਸੈਕਿੰਡ ਵਿੱਚ ਇੱਕ ਚੱਕਰ ਲਗਾਉਂਦਾ ਹੈ। 2 ਮਿੰਟ ਤੇ 20 ਸੈਕਿੰਡ ਤੇ ਬਾਅਦ ਕਿਸਾਨ ਦੇ ਵਿਸਥਾਪਨ ਦੀ ਮਾਤਰਾ ਕਿੰਨੀ ਸੰਖਿਆਤਮਕ ਮਾਨ ਹੋਵੇਗੀ, ਇਹ ਅਸੀਂ ਦੱਸਣਾ। ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਹੁਣ ਤੁਸੀਂ ਦੇਖ ਸਕਦੇ ਹੋ ਜਿਹੜਾ ਸਾਡੇ ਕੋਲ ਵਰਗ ਹੈ, वर्गाकार खेत है, उसकी जी लेंथ है 10 मीटर 10 मीटर 10 मीटर 10 मीटर। हुण असी देखांगे खेत दी सीमा। सीमा मीनस परिमाप। परिमाप एक पॉइंट तो चलांगे और सारे कवर करते जाएंगे। मीनस है कि अगर अं ए पॉइंट कर लें, अगर आदमी ए तो चलता है, फिर AD, फिर DC, ठीक है, फिर BC, फिर AB। ठीक है जी। तो इन्हों की लेंथ टोटल कितनी हो जाएगी? ये साढ़े को 10 10 10 मीटर आ जाएगा 40 मीटर। ठीक है, इसका परिमाप आ गया साढ़े को 40 मीटर। उस तो बाद है खेत की सीमा ते एक चक्कर लगाने लई, एक चक्कर लगाने लई समा कितना लग रहा जी? 40 सैकेंड। ये सानू क्वेश्चन दे विच गिवन दिता है। उस तो बाद कुल समा दिता है 2 मिनट ते 20 सैकेंड। क्वेश्चन च है कि 2 मिनट ते 20 सैकेंड तो बाद किसान का विस्थापन की मात्रा कितनी संख्यात्मक मान होएगा। हुण है कुल समा सानू दिता है 2 मिनट ते 20 सैकेंड। ठीक है जी। हुण असी सॉरी मीटर नहीं है, मिनट है। कुल समा दिता है 2 मिनट 20 सैकेंड। तो इहदा यूनिट सेम करांगे, 2 मिनट ਨੂੰ ਵੀ ਸੈਕਿੰਡ ਵਿੱਚ ਕਨਵਰਟ ਕਰ ਲਾਂਗੇ। 2 × 60 ਜਮਾ 20 ਸੈਕਿੰਡ, ਇਹ ਟੋਟਲ ਸਾਡੇ ਕੋਲ ਆ ਜਾਏਗਾ 140 ਸੈਕਿੰਡ। ਠੀਕ ਹੈ ਜੀ। ਹੁਣ ਨੈਕਸਟ ਹੈ ਕਿ 40 ਸੈਕਿੰਡ ਵਿੱਚ ਕਿਸਾਨ ਇੱਕ ਚੱਕਰ ਪੂਰਾ ਕਰਨ ਦੂਰੀ ਤੈਅ ਕਰਦਾ ਹੈ। ਕਿੰਨੀ ਹੈ ਜੀ? 40 ਮੀਟਰ। ਇੱਕ ਚੱਕਰ ਉਹ 40 ਸੈਕਿੰਡ 'ਚ ਪੂਰਾ ਕਰਦਾ ਹੈ, ਉਹਦੀ ਦੂਰੀ ਕਿੰਨੀ ਹੋ ਗਈ? 40 ਮੀਟਰ। 140 ਸੈਕਿੰਡ ਵਿੱਚ दूरी तय करेगा। ये स्क्रीन ਤੇ देख सकते हो। ये आ जाएगा ਤੁਹਾਡੇ ਕੋਲ 40/40 ਗੁਣਾ 140। ठीक है जी। ਇਹ ਕੰਡੀਸ਼ਨ ਜਦੋਂ ਅਸੀਂ ਯੂਨਿਟ ਇਕਾਈ ਯੂਜ਼ ਕਰਾਂਗੇ, ਇਹ ਆ ਜਾਏਗਾ ਸਾਡੇ ਕੋਲ 40/40 ਗੁਣਾ 140। ਇਹ ਕੈਂਸਲ ਹੋ ਜਾਣਾ, ਸਾਡੇ ਕੋਲ ਕੀ ਆ ਗਿਆ ਜੀ? 140। ਹੁਣ आ गया 40 मीटर दूरी तय करके किसान चक्कर पूरे करता है, एक चक्कर। तो 140 मीटर दूरी तय करन ते किसान पूरे चक्कर किन्ने करेगा? 1/40 गुना 140 मीटर। ये साढ़े को आ जाएगा जी 3 सही 1/2। ਇਹਦਾ ਭਾਵ ਇਹ है कि 3 ਚੱਕਰ ਤੇ ਪੂਰੇ लगाएगा तो एक ਚੱਕਰ ਅੱਧਾ ਇੰਨੇ ਟਾਈਮ ਦੇ ਵਿੱਚ। ਉਸ ਤੋਂ ਬਾਅਦ ਹੈ ਇਸ ਲਈ ਕਿਸਾਨ
ਖੇਤ ਦੇ 3 ਪੂਰੇ ਅਤੇ 1 ਅੱਧਾ ਚੱਕਰ ਲਗਾਉਂਦਾ ਹੈ। ਭਾਵ ਤੀਸਰੇ ਚੱਕਰ ਤੋਂ ਬਾਅਦ ਕਿਸਾਨ A ਤੋਂ ਅੱਧਾ ਚੱਕਰ ਲਗਾ ਕੇ C ਤੱਕ 20 ਮੀਟਰ ਦੀ ਦੂਰੀ ਤੈਅ ਕਰਦਾ ਹੈ। ਇਸ ਲਈ ਕਿਸਾਨ ਦੁਆਰਾ ਕੀਤਾ ਗਿਆ ਵਿਸਥਾਪਨ ਜਿਹੜਾ AC ਹੈ। ਦੇਖ ਸਕਦੇ ਹੋ ਤੁਸੀਂ 3 ਚੱਕਰ ਤੇ ਕੰਪਲੀਟ ਹੋ ਜਾਣਗੇ। ਉਸ ਤੋਂ ਬਾਅਦ ਜਿਹੜਾ ਅੱਧਾ ਚੱਕਰ ਹੈ ਉਹ A ਤੋਂ ਲੈ ਕੇ ਤੇ C ਤੱਕ ਆਉਂਦਾ ਤੇ ਉਹ ਅੱਧਾ ਹੋ ਜਾਂਦਾ। ਠੀਕ ਹੈ ਜੀ, A ਤੋਂ C ਤੱਕ। ਇਹ ਅਸੀਂ ਇਹਦਾ ਵਿਸਥਾਪਨ ਜਿਹੜਾ कैलकुलेट करना AC। ठीक है जी, तो देखते हैं नीचे ਇੱਥੇ ਅਸੀਂ ਪਾਈਥਾਗੋਰਸ ਦਾ ਫਾਰਮੂਲਾ ਲਗਾਵਾਂਗੇ। ਇੱਥੇ ਡਾਇਗਰਾਮ ਬਣਾ ਲੈਂਦੇ ਹਾਂ ਇਸ ਤਰ੍ਹਾਂ ਕਰਕੇ A B C ਤੇ D। AC ਅਸੀਂ ਇਹ ਵਿਸਥਾਪਨ कैलकुलेट करना। ਪਾਈਥਾਗੋਰਸ ਦਾ ਫਾਰਮੂਲਾ ਲਗਾਵਾਂਗੇ। AC ਦਾ ਸਕੁਏਅਰ ਬਰਾਬਰ ਆ ਜਾਏਗਾ ਸਾਡੇ ਕੋਲ ਲੰਬ ਦਾ ਸਕੁਏਅਰ ਪਲੱਸ ਆਧਾਰ ਦਾ ਸਕੁਏਅਰ। ਜਦੋਂ AC ਦਾ ਸਕੁਏਅਰ ਹਟਾਵਾਂਗੇ तो इधर दूसरी साइड से की बन जाएगा स्केयर रूट। ठीक है जी, एक्चुअली ये फार्मूला इतने लिख देना जिस तरह AC का स्केयर बराबर होंगे AB का स्केयर प्लस BC का स्केयर। जो असी इसका स्केयर हटावांगे तो इतने साढ़े को की बन जाता है स्केयर रूट। ये आ गया साढ़े को AB का स्केयर प्लस BC का स्केयर। ठीक है जी, उस तो बाद इसकी असी वैल्यू पुट करांगे। AB की वैल्यू भी सानू पता है तो BC की वैल्यू भी पता है। कैलकुलेट करांगे आ जाएगा प्लस 200 और 200 की कैलकुलेशन करांगे आ जाएगा 10 वर्गमूल 2 और वर्गमूल 2 की जी वैल्यू होंगी है 1.44 होंगी है। इनू असी कैलकुलेशन करांगे तो कितना आएगा 14.1 मीटर। इसका राइट आंसर है। नैक्सट क्वेश्चन नंबर 3 है विस्थापन ਲਈ ਹੇਠ ਲਿਖੇ ਵਿੱਚੋਂ ਕੀ ਸਹੀ ਹੈ। ਇਹ ਸਿਫਰ ਨਹੀਂ ਹੋ ਸਕਦਾ। ਇਸ ਦੀ ਮਾਤਰਾ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਤੋਂ ਜ਼ਿਆਦਾ ਹੁੰਦੀ ਹੈ। ਅਸੀਂ ਪਿੱਛੇ ਡਿਸਕਸ ਕਰ ਚੁੱਕੇ ਹਾਂ ਜੀ। ਇਹ ਦੋਨੋਂ ਹੀ ਕਥਨ ਬਿਲਕੁਲ ਸਹੀ ਹੈ। ਸਹੀ ਨਹੀਂ ਹੈ ਕਿਉਂਕਿ ਪਿੱਛੇ ਅਸੀਂ ਕੀਤਾ ਹੈ ਕਿ 0 ਹੋ ਸਕਦੀ ਹੈ, ਇਹਦੇ 'ਚ ਲਿਖਿਆ 0 ਨਹੀਂ ਹੋ ਸਕਦੀ। ਉਸ ਤੋਂ ਬਾਅਦ ਇਸ ਦੀ ਮਾਤਰਾ ਵਸਤੂ ਦੁਆਰਾ ਤੈਅ ਕੀਤੀ ਗਈ ਦੂਰੀ ਤੋਂ ਜ਼ਿਆਦਾ ਹੁੰਦੀ ਹੈ ਅਤੇ ਅਸੀਂ ਕਹਿ ਰਹੇ ਕਿ ਸ਼ਾਰਟੈਸਟ ਡਿਸਟੈਂਸ ਹੁੰਦੀ ਹੈ ਜਿਹੜਾ ਵਿਸਥਾਪਨ ਹੁੰਦਾ ਸ਼ਾਰਟੈਸਟ ਡਿਸਟੈਂਸ। ਇਸ ਦੇ ਉੱਤਰ 'ਚ ਲਿਖਿਆ A ਅਤੇ B ਦੋਨਾਂ ਵਿੱਚੋਂ ਕੋਈ ਕਥਨ ਵੀ ਸਹੀ ਨਹੀਂ ਹੈ। ਠੀਕ ਹੈ ਜੀ, ਯਾਦ ਰੱਖਣਾ, ਵੈਰੀ ਵੈਰੀ ਇੰਪੋਰਟੈਂਟ ਕੁਐਸਚਨ ਹੈ। ਉਸ ਤੋਂ ਬਾਅਦ ਸਾਡੇ ਕੋਲ ਮੋਸਟ ਇੰਪੋਰਟੈਂਟ ਕੁਐਸਚਨ ਆ ਗਿਆ। ਕੁਐਸਚਨ ਨੰਬਰ ਹੈ 4, ਚਾਲ ਅਤੇ ਵੇਗ ਵਿੱਚ ਅੰਤਰ ਦੱਸੋ। ਚਾਲ ਸਪੀਡ और वेग वेलोसिटी। सब तो पहला इहदा अंतर की है। इकाई समय विच तय की गई दूरी नूं चाल कहते हैं। इस दे विच इकाई समय विच किसी खास दिशा विच तय की गई दूरी। ठीक है जी, ये याद रखना। इहदे विच की है फर्क, किसी खास दिशा विच यानी कि नॉर्थ साउथ वैसट ईस्ट कोई डायरैक्शन जरूर होएगी नाल। सैकेंड पॉइंट है चाल नूं दर्शाउण लई केवल मात्रा की लोड़ हुंदी है। वेग नूं दर्शाउण लई मात्रा अते दिशा। ठीक है जी, मैगनीट्यूड एंड डायरैक्शन। इहदे विच ओनली मैगनीट्यूड होएगा, मात्रा होएगी, पर इहदे विच मात्रा भी ते दिशा दोनों की जरूरत हुंदी है। तीसरा पॉइंट है चाल आदेश राशि है जिन्हों असीं कहने हैं वैक्टर क्वांटिटी, और वेग की है एक स्केलर क्वांटिटी है। नैक्सट पॉइंट है 4th, चाल हमेशा धनात्मक होंदी है। वेरी वेरी इंपोर्टेंट, चाल हमेशा धनात्मक होएगी। वेग धनात्मक अते ऋणात्मक दोनों तरह के हो सकते हैं। बहुत ही इंपोर्टेंट क्वेश्चन है जी। नैक्सट क्वेश्चन है क्वेश्चन नंबर 5 है ਕਿਹੜੀਆਂ ਅਵਸਥਾਵਾਂ ਵਿੱਚ ਔਸਤ ਵੇਗ ਦੀ ਮਾਤਰਾ ਔਸਤ ਚਾਲ ਦੇ ਬਰਾਬਰ ਹੁੰਦੀ ਹੈ। ਇਸ ਦਾ ਉੱਤਰ ਹੈ ਜਦੋਂ ਵਸਤੂ ਇੱਕ ਸਿੱਧੀ ਰੇਖਾ ਵਿੱਚ ਇੱਕ ਹੀ ਦਿਸ਼ਾ ਵਿੱਚ ਚੱਲਦੀ ਹੈ ਤਾਂ ਕੁੱਲ ਤੈਅ ਕੀਤੀ ਗਈ ਦੂਰੀ ਅਤੇ ਵਿਸਥਾਪਨ ਬਰਾਬਰ ਹੁੰਦੇ ਹਨ। ਇਸ ਲਈ ਔਸਤ ਚਾਲ ਅਤੇ ਔਸਤ ਵੇਗ ਬਰਾਬਰ ਰਹਿੰਦੇ ਹਨ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ ਸਵੈਚਲਿਤ ਵਾਹਨ ਦਾ ਓਡੋਮੀਟਰ ਕੀ ਮਾਪਦਾ ਹੈ। ठीक है जी, ਸਵੈਚਲਿਤ ਵਾਹਨ ਦਾ ਓਡੋਮੀਟਰ ਵਾਹਨ ਦੁਆਰਾ ਤੈਅ ਕੀਤੀ ਗਈ ਦੂਰੀ ਮਾਪਦਾ ਹੈ। ਜਿਹੜੇ ਅਸੀਂ ਵਹੀਕਲ ਯੂਜ਼ ਕਰਨੇ ਆ ਉਹਦੇ ਵਿੱਚ ਜਿਹੜੀ ਉਸ ਦੀ ਦੂਰੀ ਨੂੰ ਮਾਪਦੇ ਉਹਨੂੰ ਅਸੀਂ ਕਹਿੰਦੇ ਓਡੋਮੀਟਰ। ਠੀਕ ਹੈ ਜੀ,
तो कहता है कि ओडोमीटर वाहन द्वारा तय की गई दूरी ਨੂੰ ਮਾਪਦਾ ਹੈ। ਇੰਪੋਰਟੈਂਟ ਕੁਐਸਚਨ ਹੈ। ਨੈਕਸਟ ਕੁਐਸਚਨ ਹੈ, ਜਦੋਂ ਵਸਤੂ ਇੱਕ ਸਮਾਨ ਗਤੀ ਵਿੱਚ ਹੁੰਦੀ ਹੈ ਤਾਂ ਉਸ ਦਾ ਮਾਰਗ ਕਿਹੋ ਜਿਹਾ ਵਿਖਾਈ ਦਿੰਦਾ ਹੈ? ਜਦੋਂ ਵਸਤੂ ਇੱਕ ਸਮਾਨ ਗਤੀ ਵਿੱਚ ਹੁੰਦੀ ਹੈ ਤਾਂ ਉਸ ਦਾ ਮਾਰਗ ਇੱਕ ਸਿੱਧੀ ਸਰਲ ਰੇਖਾ ਹੁੰਦਾ ਹੈ। ਕੁਐਸਚਨ ਨੰਬਰ 8 ਹੈ, ਇੱਕ ਪ੍ਰਯੋਗ ਦੇ ਦੌਰਾਨ ਪੁਲਾੜੀਆਂ ਤੋਂ ਇੱਕ ਸਿਗਨਲ ਨੂੰ ਧਰਤੀ ਤੱਕ ਪਹੁੰਚਣ ਲਈ 5 ਮਿੰਟ ਦਾ ਸਮਾਂ ਲੱਗਦਾ ਹੈ। ਧਰਤੀ ਦੇ ਸਥਿਤ ਸਟੇਸ਼ਨ 'ਤੇ ਉਸ ਪੁਲਾੜਜਾਨ ਦੀ ਦੂਰੀ ਕਿੰਨੀ ਹੈ? ਸਿਗਨਲ ਦੀ ਚਾਲ ਪ੍ਰਕਾਸ਼ ਦੀ ਚਾਲ ਦੇ ਬਰਾਬਰ ਹੈ, 3 ਗੁਣਾ 8 ਮੀਟਰ ਪਰ ਸੈਕਿੰਡ। ਠੀਕ ਹੈ ਜੀ। ਹੁਣ ਉੱਤਰ ਇਹਦਾ ਕਿ ਸਿਗਨਲ ਨੂੰ ਪੁਲਾੜਜਾਨ ਤੋਂ ਧਰਤੀ ਤੱਕ ਪਹੁੰਚਣ ਲਈ ਲੱਗਿਆ ਸਮਾਂ, ਠੀਕ ਹੈ ਜੀ, ਇਹ ਸਮਾਂ ਕਿੰਨਾ ਦਿੱਤਾ ਤਾਂ 5 ਮਿੰਟ। ਤੋ ਸਭ ਤੋਂ ਪਹਿਲਾਂ ਅਸੀਂ ਇਹਨਾਂ ਦੀ ਯੂਨਿਟ ਸੇਮ ਕਰਾਂਗੇ। ਦੂਸਰਾ ਜਿਹੜਾ ਪੁਆਇੰਟ ਹੈ ਸਾਡੇ ਕੋਲ ਉਹ ਹੈ ਮੀਟਰ ਪਰ ਸੈਕਿੰਡ ਹੈ, ਇਹ ਹੈ ਮਿੰਟ ਹੈ, ਤਾਂ ਮਿੰਟ ਨੂੰ ਅਸੀਂ ਚੇਂਜ ਕਰਾਂਗੇ ਸੈਕਿੰਡ ਦੇ ਵਿੱਚ। ਠੀਕ ਹੈ ਜੀ। 1 ਮਿੰਟ ਦੇ ਵਿੱਚ ਸਾਨੂੰ ਪਤਾ ਹੈ 60 ਸੈਕਿੰਡ ਹੁੰਦੇ ਆ। 5 ਮਿੰਟ ਗੁਣਾ 60 ਸੈਕਿੰਡ, ਇਹ ਆ ਜਾਏਗਾ ਸਾਡੇ ਕੋਲ 300 ਸੈਕਿੰਡ। ਠੀਕ ਹੈ ਜੀ। ਅਸੀਂ ਸਭ ਤੋਂ ਪਹਿਲਾਂ ਨੂਮੈਰੀਕਲ ਦੇ ਵਿੱਚ ਯੂਨਿਟ ਸੇਮ ਕਰਨੇ ਪੈਂਦੇ ਆ। ਉਸ ਤੋਂ ਬਾਅਦ ਸਿਗਨਲ ਦੀ ਚਾਲ, ਦੇਖੋ ਇਹ ਆ ਗਿਆ ਮੀਟਰ ਪਰ ਸੈਕਿੰਡ। ਪੁਲਾੜਜਾਨ ਦੀ ਧਰਤੀ ਤੋਂ ਦੂਰੀ ਜਿਹੜੀ ਹੈ ਉਹ ਅਸੀਂ ਕੈਲਕੂਲੇਟ ਕਰਨੀ ਹੈ। ਠੀਕ ਹੈ ਜੀ। ਕੁਐਸਚਨ ਮਾਰਕ ਹੈ, ਪੁਲਾੜਜਾਨ ਤੋਂ ਧਰਤੀ ਤੋਂ ਕਿੰਨੀ ਦੂਰੀ ਹੈ ਉਹਦਾ ਕੈਲਕੂਲੇਟ ਕਰਨੀ ਹੈ। ਪੁਲਾੜਜਾਨ ਦੀ ਧਰਤੀ ਤੋਂ ਦੂਰੀ, ਉਹਨੂੰ ਅਸੀਂ ਡਿਨੋਟ ਕਰ ਲੈਂਦੇ ਹਾਂ ਦੂਰੀ ਨੂੰ ਐਸ ਦੇ ਨਾਲ। ਸਿਗਨਲ ਦੀ ਚਾਲ ਉਹ ਆ ਗਈ ਸਾਡੇ ਕੋਲ, ਚਾਲ v ਆ ਗਈ, ਅਤੇ ਲੱਗਿਆ ਸਮਾਂ ਕਿੰਨਾ ਆ ਗਿਆ ਜੀ t। ਠੀਕ ਹੈ ਜੀ। ਇਹ ਸਾਡੇ ਕੋਲ ਫਾਰਮੂਲਾ ਬਣ ਗਿਆ। ਤੋ ਇਹਦੀ ਅਸੀਂ ਵੈਲਿਊ ਕੈਲਕੂਲੇਟ ਕਰਾਂਗੇ। ਸਿਗਨਲ ਦੀ ਚਾਲ ਗੁਣਾ ਲੱਗਿਆ ਸਮਾਂ, ਇਹ ਆ ਜਾਏਗਾ 3 ਗੁਣਾ 10 ਦੀ ਪਾਵਰ 8 ਗੁਣਾ 300। ਇਸ ਦੀ ਕੈਲਕੂਲੇਸ਼ਨ ਕਰਾਂਗੇ ਜੀ। ਉਸ ਤੋਂ ਬਾਅਦ ਆ ਜਾਏਗਾ ਸਾਡੇ ਕੋਲ 9 ਗੁਣਾ 10 ਦੀ ਪਾਵਰ 10 ਮੀਟਰ, ਅਤੇ ਇਸ ਦੀ ਕੈਲਕੂਲੇਸ਼ਨ ਕਰਾਂਗੇ, ਇਹ ਆ ਜਾਏਗਾ ਸਾਡੇ ਕੋਲ 9 ਗੁਣਾ 10 ਦੀ ਪਾਵਰ 7 ਮੀਟਰ ਨੂੰ ਅਸੀਂ ਕਿਲੋਮੀਟਰ ਦੇ ਵਿੱਚ ਕਨਵਰਟ ਕਰ ਲਿਆ। ਠੀਕ ਹੈ ਜੀ। ਨੈਕਸਟ ਕੁਐਸਚਨ ਨੰਬਰ 9 ਹੈ, ਤੁਸੀਂ ਕਿਸੇ ਵਸਤੂ ਬਾਰੇ ਕਦੋਂ ਕਹੋਗੇ ਕਿ ਉਹ ਇੱਕ ਸਮਾਨ ਪ੍ਰਵੇਗ ਨਾਲ ਗਤੀ ਵਿੱਚ ਹੈ ਜਾਂ ਉਹ ਅਸਮਾਨ ਪ੍ਰਵੇਗ ਨਾਲ ਗਤੀ ਦੇ ਵਿੱਚ ਹੈ? ਇਸ ਦਾ ਉੱਤਰ ਹੈ ਕਿ ਜਦੋਂ ਵਸਤੂ ਦਾ ਸਰਲ ਰੇਖਾ ਵਿੱਚ ਚੱਲਦੇ ਹੋਏ ਬਰਾਬਰ ਸਮੇਂ ਅੰਤਰਾਲ ਵਿੱਚ ਬਰਾਬਰ ਵੇਗ ਘਟੇ ਜਾਂ ਵਧੇ, ਉਸ ਵਸਤੂ ਦੇ ਪ੍ਰਵੇਗ ਨੂੰ ਇੱਕ ਸਮਾਨ ਪ੍ਰਵੇਗ ਨਾਲ ਗਤੀ ਵਿੱਚ ਕਿਹਾ ਜਾਂਦਾ ਹੈ। ਔਰ ਇਸ ਦਾ ਸੈਕੰਡ ਪੁਆਇੰਟ ਹੈ ਕਿ ਜਦੋਂ ਵਸਤੂ ਦਾ ਚਲਦੇ ਹੋਏ ਬਰਾਬਰ ਸਮੇਂ ਅੰਤਰਾਲ ਵਿੱਚ ਬਰਾਬਰ ਵੇਗ ਨਾ ਘਟੇ ਜਾਂ ਵਧੇ, ਤਾਂ ਉਸ ਵਸਤੂ ਦੇ ਪ੍ਰਵੇਗ ਨੂੰ ਇੱਕ ਸਮਾਨ ਪ੍ਰਵੇਗ ਨਾਲ ਗਤੀ ਵਿੱਚ ਕਿਹਾ ਜਾਂਦਾ ਹੈ। ਨੈਕਸਟ ਹੈ ਕੁਐਸਚਨ ਨੰਬਰ ਸਾਡੇ ਕੋਲ 10 ਹੈ, ਇੱਕ ਬੱਸ ਦੀ ਚਾਲ ਹੈ 80 ਕਿਲੋਮੀਟਰ ਪ੍ਰਤੀ ਘੰਟਾ ਤੋਂ ਘਟ ਕੇ 60 ਕਿਲੋਮੀਟਰ ਪ੍ਰਤੀ ਘੰਟਾ 5 ਸੈਕਿੰਡ ਵਿੱਚ ਹੋ ਜਾਂਦੀ ਹੈ, ਤਾਂ ਬੱਸ ਦਾ ਪ੍ਰਵੇਗ ਪਤਾ ਕਰੋ। ਠੀਕ ਹੈ ਜੀ। ਇਸ ਦਾ ਉੱਤਰ ਹੈ, ਸਭ ਤੋਂ ਪਹਿਲਾਂ ਆ ਗਿਆ ਸਾਡੇ ਕੋਲ ਬੱਸ ਦਾ ਮੁੱਢਲਾ ਜਿਹੜਾ ਸਟਾਰਟਿੰਗ ਜਿਹੜਾ ਇਨੀਸ਼ੀਅਲ ਵੈਲੋਸਿਟੀ ਸੀ ਉਹ ਆ ਗਈ ਸਾਡੇ ਕੋਲ 80 ਕਿਲੋਮੀਟਰ ਪ੍ਰਤੀ ਘੰਟਾ। ਇਹਨੂੰ ਅਸੀਂ ਕੈਲਕੂਲੇਸ਼ਨ ਕਰਾਂਗੇ। 80 ਕਿਲੋਮੀਟਰ ਦੀ ਜਗ੍ਹਾ 'ਤੇ ਆ ਗਿਆ ਸਾਡੇ ਕੋਲ 1000, ਅਤੇ ਆਰ ਨੂੰ ਅਸੀਂ ਸੈਕਿੰਡ ਵਿੱਚ ਚੇਂਜ ਕਰ ਲਿਆ, 3600 ਸੈਕਿੰਡ ਆ ਜਾਏਗਾ। ਇਹ ਆ ਜਾਏਗਾ 200/9 ਮੀਟਰ ਪਰ ਸੈਕਿੰਡ। ਠੀਕ ਹੈ ਜੀ। ਇੱਥੇ ਮੈਂਸ਼ਨ ਕੀਤਾ ਕਿ 1 ਕਿਲੋਮੀਟਰ ਵਿੱਚ 1000 ਮੀਟਰ ਹੁੰਦੇ ਆ, ਅਤੇ 1 ਘੰਟੇ ਵਿੱਚ 3600 ਸੈਕਿੰਡ ਹੁੰਦੇ ਆ। ਉਸ ਤੋਂ ਅਸੀਂ ਕਹਿੰਦੇ ਹਾਂ ਕਿ ਫਾਈਨਲ ਵੈਲੋਸਿਟੀ ਕਿ ਇੱਥੋਂ ਦੀ ਚਲੀ ਹੈ, ਉਸ ਤੋਂ ਬਾਅਦ ਘੱਟ ਕੇ ਕਿੰਨੀ ਹੋ ਗਈ 60 ਕਿਲੋਮੀਟਰ ਪ੍ਰਤੀ ਘੰਟਾ। ਇਹਨੂੰ ਵੀ ਅਸੀਂ ਸੇਮ ਕੈਲਕੂਲੇਸ਼ਨ ਕਰਾਂਗੇ। ਇਹ ਆ ਗਿਆ ਸਾਡੇ ਕੋਲ 50/9 ਮੀਟਰ ਪ੍ਰਤੀ ਸੈਕਿੰਡ। ਹੁਣ ਉਸ ਤੋਂ ਬਾਅਦ ਹੈ ਲੱਗਿਆ ਸਮਾਂ ਕਿੰਨਾ ਕੁਐਸਚਨ ਦੇ ਵਿੱਚ ਦਿੱਤਾ 5 ਸੈਕਿੰਡ। ਹੁਣ ਬੱਸ ਦਾ ਪ੍ਰਵੇਗ ਕੱਢਣਾ, ਅਸੀਂ ਐਕਸਲਰੇਸ਼ਨ ਕੱਢਣੀ। ਐਕਸਲਰੇਸ਼ਨ ਦਾ ਫਾਰਮੂਲਾ ਹੁੰਦਾ ਵੇਗ ਦੇ ਵਿੱਚ ਪਰਿਵਰਤਨ ਅਤੇ ਲੱਗਿਆ ਸਮਾਂ। ਵੈਰੀ ਇੰਪੋਰਟੈਂਟ। ਠੀਕ ਹੈ। ਐਕਸਲਰੇਸ਼ਨ ਹੈ ਕਿ ਵੇਗ ਦੇ ਵਿੱਚ ਕਿੰਨਾ ਪਰਿਵਰਤਨ ਹੋਇਆ, ਲੱਗਿਆ ਸਮਾਂ। ਹੁਣ ਅਸੀਂ ਅੰਤਿਮ ਵੇਗ ਕੱਢ ਲਿਆ ਅਤੇ ਆਰੰਭਿਕ ਵੇਗ ਕੱਢ ਲਿਆ। ਠੀਕ ਹੈ। ਉਹਦੇ ਅਸੀਂ ਵੈਲਿਊ ਫਾਈਨਲ ਵੈਲੋਸਿਟੀ ਮਾਈਨਸ ਇਨੀਸ਼ੀਅਲ ਵੈਲੋਸਿਟੀ ਤੋਂ ਸਮੇਂ ਦੇ ਨਾਲ ਇਹਨੂੰ ਅਸੀਂ ਡਿਵਾਈਡ ਕਰ ਦਿੰਦੇ ਹਾਂ। ਠੀਕ ਹੈ ਜੀ। ਤੁਸੀਂ ਅੱਗੇ ਕੈਲਕੂਲੇਸ਼ਨ ਦੇਖੋਗੇ। 9 ਇਸ ਦਾ ਐਲਸੀਐਮ ਆ ਗਿਆ,
ਇਹ ਆ ਗਿਆ 150 ਮਾਈਨਸ 200, ਇਹਦੀ ਕੈਲਕੂਲੇਸ਼ਨ ਮਾਈਨਸ 50 ਤੇ ਰਿਵਰਸ ਹੋ ਜਾਏਗਾ, ਪੁਆਇੰਟ ਆ ਜਾਏਗਾ 9 ਗੁਣਾ 5। तो साढ़े को इसकी कैलकुलेशन आ जाएगी 5 ਨਾਲ 5 कैंसल हो जाने वाला, ये आ गया साढ़े को -10/9 मीटर पर सेकंड स्क्वायर, ये एक्सप्रेशन होएगी। तो फ्रेंड्स अगर तुहानू वीडियो अच्छी लगती है तो वीडियो को ज़्यादा तो ज़्यादा लाइक करो, शेयर करो और चैनल को सबसक्राइब करो। नैक्सट पार्ट असी अगली वीडियो डिस्कस करांगे। धन्यवाद, जय हिंद।